969 969 ਕਬੀਰ ਜੀ ਦੀ ਬਾਣੀ ਚੱਲ ਰਹੀ ਆ। ਇਹ ਭਗਤਾਂ ਦਾ ਇਤਿਹਾਸ ਜਿਨ੍ਹਾਂ ਨੇ ਲਿਖਿਆ ਤਾਂ ਗੁਰਬਾਣੀ ਦੇ ਵਿੱਚ ਹੀ ਪਿਆ। ਹੁਣ ਕਬੀਰ ਜੀ ਨੇ ਆਪਣੇ ਬਾਰੇ ਦੱਸਿਆ। ਪਹਿਲਾਂ ਕਾਸ਼ੀ ਦੇ ਜਿਹੜੇ ਪੰਡਿਤ ਸੀਗੇ ਉਹਨਾਂ ਦਾ ਲਈ ਧਾਰਮਿਕ ਬਿਜ਼ਨਸ ਹੁਣ ਵੀ ਹੈ। ਬਿਜ਼ਨਸ ਹੁਣ ਬਹੁਤਿਆਂ ਲਈ ਸਾਰੇ ਧਰਮ ਬਿਜ਼ਨਸ ਬਣ ਚੁੱਕੇ ਨੇ। ਪਹਿਲਾਂ ਕਾਸ਼ੀ ਦੇ ਲੋਕਾਂ ਲਈ ਪੰਡਿਤਾਂ ਲਈ ਬਿਜ਼ਨਸ ਸੀਗਾ। ਕਬੀਰ ਜੀ ਬਨਾਰਸ ਦੇ ਪੰਡਿਤਾਂ ਨੂੰ ਠੱਗਦੇ ਨੇ। ਹਰ ਕੇ ਸੰਤ ਨਾ ਕੇ ਬਨਾਰਸ ਕੇ ਠੱਗ। ਫਿਰ ਉਹਨਾਂ ਦੇ ਇੱਕ ਬਨਾਰਸ ਤੋਂ ਥੋੜ੍ਹਾ ਜਿਹਾ ਉੱਪਰ ਨੇਪਾਲ ਵਾਲੀ ਸਾਈਡ ਨੂੰ ਯੂਪੀ ਦੇ ਵਿੱਚ ਹੀ ਮਗਰ ਸ਼ਹਿਰ ਹੈ ਇੱਕ। ਮਗਰ ਦੇ ਵਿੱਚ ਜਿਹੜੇ ਲੋਕ ਸੀਗੇ ਥੋੜ੍ਹੇ ਜ਼ਿਆਦਾ ਧਾਰਮਿਕ ਸੀਗੇ। ਉਹਨਾਂ ਕੋਲ ਕੋਈ ਅਜਿਹਾ ਉਸ ਸਮੇਂ ਗ੍ਰੰਥ ਸੀਗਾ ਜਿਹ ਤੋਂ ਪੜ੍ਹ ਕੇ ਉਹ ਧਰਮ, ਉਹਨਾਂ ਕੋਲ ਸੱਚਾ ਧਰਮ ਸੀਗਾ ਉਦੋਂ। ਕੋਈ ਹੋਣਾ ਕੋਈ ਪੁਰਾਤਨ, ਜਿਵੇਂ ਕਹਿੰਦੇ ਨੇ ਗੁਰਬਾਣੀ ਇਹ ਚੌਥੀ ਲਿਪੀ ਆ ਜਿਹਦੇ ਵਿੱਚ ਬ੍ਰਹਮ ਗਿਆਨ ਲਿਖਿਆ ਗਿਆ। ਇਸ ਤੋਂ ਪਹਿਲਾਂ 3 ਲਿਪੀਆਂ ਦੇ ਵਿੱਚ 3 ਭਾਸ਼ਾਵਾਂ ਦੇ ਵਿੱਚ ਹੋਰ ਲਿਖਿਆ ਗਿਆ ਸੀਗਾ। ਐਵੇਂ ਉਹ ਕੋਈ ਪੁਰਾਤਨ ਗ੍ਰੰਥ ਪਏ ਹੋਣੇ ਨੇ, ਉਹਨਾਂ ਤੋਂ ਪੜ੍ਹ ਕੇ ਉੱਥੇ ਲੋਕ ਸੱਚ ਦੱਸਦੇ ਸੀਗੇ। ਅਤੇ ਬਨਾਰਸ ਦੇ ਜਿਹੜੇ ਠੱਗ ਸੀਗੇ ਸੰਤ ਜਾਂ ਪੰਡਿਤ, ਉਹਨਾਂ ਨੂੰ ਉਹ ਬੁਰਾ ਲੱਗਦਾ ਸੀਗਾ। ਅਤੇ ਉਹਨਾਂ ਨੇ ਬਨਾਰਸ ਦੇ ਠੱਗਾਂ ਨੇ ਇਹ ਗੱਲ ਪ੍ਰਚਲਿਤ ਕੀਤੀ ਹੋਈ ਸੀ ਵੀ ਜਿਹੜਾ ਮਗਰ ਦੇ ਵਿੱਚ ਜਾਊਗਾ, ਜਿਹੜਾ ਮਗਰ ਦੇ ਵਿੱਚ ਮਰਦਾ ਉਹ ਗਧੇ ਦੀ ਜੂਨ ਪੈਂਦਾ, ਜਿਹੜਾ ਕਾਸ਼ੀ ਦੇ ਵਿੱਚ ਮਰਦਾ ਉਹਦੀ ਮੁਕਤੀ ਹੋ ਜਾਂਦੀ ਆ। ਕਾਸ਼ੀ ਅਤੇ ਸ਼ਹਿਰ ਦਾ ਨਾਮ ਅਸਲ 'ਚ ਬਨਾਰਸ ਆ, ਪੁਰਾਤਨ ਸ਼ਹਿਰ ਆ ਬਹੁਤ। ਕਾਸ਼ੀ ਇੱਕ ਧਾਰਮਿਕ ਸ਼ਬਦ ਆ। ਕਾਸ਼ੀ ਤੇ ਵੀ ਡਿਸਕਸ ਕਰ ਲੈਂਦੇ ਹਾਂ। ਆਪਣੇ ਕੋਲ ਗੁਰਬਾਣੀ ਦੇ ਵਿੱਚ 2 ਸ਼ਬਦ ਆਉਂਦੇ ਨੇ, ਇੱਕ ਤਾਂ ਆਕਾਸ਼ ਆਉਂਦਾ, ਇੱਕ ਆੜੇ ਨਾਲ ਕੰਨਾ ਆਕਾਸ਼। ਜਿਹੜਾ ਇਹ ਆਕਾਸ਼ ਦੇ ਮੂਹਰੇ ਆੜਾ ਲੱਗ ਕੇ ਨੈਗੇਟਿਵ ਹੋਇਆ, ਇਹ ਆਕਾਸ਼। ਇਹਦੇ ਬਾਰੇ ਲਿਖਿਆ ਕਬੀਰ ਜੀ ਨੇ, ਕਾਸ਼ੀ ਤੋਂ ਧੁਨੀ ਉਪਜੇ ਧੁਨ ਕਾਸ਼ੀ ਜਾਈ। ਜਦੋਂ ਆਤਮ ਰਾਮ ਜਾਂ ਆਤਮ ਜੀਵ ਸਰੀਰ ਦੇ ਵਿੱਚ ਪੈਂਦਾ ਉਹ ਫਿਰ ਆਕਾਸ਼ ਹੋ ਜਾਂਦਾ। ਜਦੋਂ ਉਹ ਜੀਵਨ ਮੁਕਤ ਹੋ ਜਾਂਦਾ ਜੰਮਣ ਮਰਨ, ਫਿਰ ਉਹ ਕਾਸ਼ ਹੋ ਜਾਂਦਾ। ਕਾਸ਼ੀ ਉਹਦਾ ਸਰੀਰ ਆ ਜਾਂ ਕਹਿ ਲਓ ਜੋ ਵੀ ਆ। ਇਹ ਕਾਸ਼ੀ ਅਤੇ ਆਕਾਸ਼ ਦੇ ਵਿੱਚ ਫਰਕ ਆ। ਇੱਥੋਂ ਕਾਸ਼ੀ ਬਣਿਆ ਸ਼ਹਿਰ ਦਾ ਨਾਮ, ਉਹਨਾਂ ਨੇ ਧਾਰਮਿਕ ਰੱਖਿਆ ਹੋਇਆ। ਆਕਾਸ਼ ਹੋਰ ਚੀਜ਼ ਆ। ਇਸੇ ਤਰ੍ਹਾਂ ਫਿਰ ਉਹ ਜਦ ਉਹਨਾਂ ਨੇ ਕਬੀਰ ਜੀ ਨੇ ਕਿਹਾ ਸੀਗਾ ਵੀ ਮੈਂ ਕਾਸ਼ੀ ਤੋਂ ਉਹਨਾਂ ਨੂੰ ਮਾਲਾ ਦੀ ਭੁਗਤੀ ਮਿਲੀ, ਮਾਲਾ ਉਹਨਾਂ ਨੇ ਭਗਾ ਕੇ ਮਾਰੀ ਮਾਲਾ ਆਪਣੀ ਲਈ। ਜੇ ਵੀ ਵਿੱਚ ਆਉਂਦਾ ਸਾਰਾ ਇਤਿਹਾਸ, ਉਹਨਾਂ ਨੇ ਜੋ ਵੀ ਲਿਖਿਆ ਆਪਣੀ ਸਾਰੀ ਜੀਵਨੀ ਲਿਖੀ ਹੋਈ ਆ ਗੁਰਬਾਣੀ ਦੇ ਵਿੱਚ, ਨਾਲੇ ਸੱਚ ਦਾ ਗਿਆਨ ਦਿੱਤਾ ਹੋਇਆ। ਫਿਰ ਉਹ ਮਗਰ ਗਏ ਨੇ। ਇੱਥੇ ਲਿਖਿਆ ਹੋਇਆ, ਇਹਨਾਂ ਨੇ ਦੱਸਿਆ ਹੋਇਆ, ਤੇਰੇ ਭਰੋਸੇ ਮਗਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ। ਕਹਿੰਦੇ ਉਹ ਪਰਮੇਸ਼ਰ ਨੂੰ ਕਹਿੰਦੇ ਵੀ ਤੇਰੇ ਭਰੋਸੇ ਮੈਂ ਮਗਰ ਜਾ ਕੇ ਬਸਿਆ ਅਤੇ ਆਪਣੇ ਤਨ ਦੀ ਤਪਤ ਬੁਝਾਈ, ਉੱਥੋਂ ਅਸਲੀ ਗਿਆਨ ਹਾਸਲ ਕੀਤਾ। ਪਹਿਲੇ ਦਰਸ਼ਨ ਮਗਰ ਪਾਇਓ ਫੁਨ ਕਾਸ਼ੀ ਬਸੇ ਆਈ। ਪਹਿਲਾ ਦਰਸ਼ਨ ਮੈਂ ਮਗਰ 'ਚ ਪਾਇਆ, ਫਿਰ ਮੈਂ ਕਾਸ਼ੀ ਆ ਗਿਆ। ਜੈਸੇ ਮਗਰ ਤੈਸੇ ਕਾਸ਼ੀ ਹਮ ਏਕੈ ਕਰ ਜਾਨੀ। ਹਾਂ, ਕਹਿੰਦੇ ਵੀ ਜਿਵੇਂ ਮਗਰ ਆ ਉਵੇਂ ਤਾਂ ਕਾਸ਼ੀ ਆ। ਧਰਤੀ ਦਾ ਕੋਈ ਉਹ ਨਹੀਂ ਹੈਗਾ, ਇਹ ਤਾਂ ਸ਼ਹਿਰ ਨੇ। ਉਹਨਾਂ ਨੇ ਝੂਠ ਫੈਲਾਇਆ ਸੀਗਾ ਵੀ ਕਹਿੰਦੇ ਵੀ ਮਗਰ ਮਰਦਾ ਤਾਂ ਗਧੇ ਦੀ ਜੁੰਨੀ ਪੈਂਦਾ, ਜੇ ਕਾਸ਼ੀ ਮਰਦਾ ਤਾਂ ਉਹ ਮੁਕਤ ਹੋ ਜਾਂਦਾ। ਪਰ ਉਹ ਕਹਿੰਦੇ ਜੈਸੇ ਮਗਰ ਤੈਸੇ ਕਾਸ਼ੀ। ਇਹਨਾਂ ਨੇ ਸਭ ਤੋਂ ਪਹਿਲਾਂ ਗੁਰਬਾਣੀ ਲਿਖੀ। ਇਸ ਤੋਂ ਬਾਅਦ ਇਹਨਾਂ ਦੀ ਗੁਰਬਾਣੀ ਹੋਰ ਭਗਤਾਂ ਤੱਕ ਗੱਲ ਪਹੁੰਚੀ। ਉਦੋਂ ਭਗਤ ਕਾਲ ਲਗਾਤਾਰ ਇੱਕੋ ਜਿਹੇ ਸਮੇਂ ਆ ਗਏ ਸੀਗੇ ਭਗਤ। ਉਹ ਤੋਂ 60 70 ਜਾਂ 100 ਸਾਲ ਬਾਅਦ ਨਾਨਕ ਦੇਵ ਜੀ ਪੈਦਾ ਹੋਏ। ਉਹਨਾਂ ਕੋਲ ਕਬੀਰ ਜੀ ਅਤੇ ਰਵਿਦਾਸ ਭਗਤ ਜਾਂ ਹੋਰ ਭਗਤਾਂ ਦੀ ਬਾਣੀ ਸੀਗੀ। ਉਹ ਹੈਂਡ ਓਵਰ ਕੀਤੀ ਆ ਲਹਿਣੇ ਨੂੰ, ਅੰਗਦ ਦੇਵ ਜੀ ਨੂੰ। ਨਾਨਕ ਦੇਵ ਜੀ ਨੇ ਆਪਣੀ ਬਾਣੀ ਅਤੇ ਭਗਤਾਂ ਦੀ ਬਾਣੀ। ਜਿਵੇਂ ਕਬੀਰ ਜੀ ਨੂੰ ਹੋਰ ਗ੍ਰੰਥ ਪੜ੍ਹ ਕੇ ਸੂਝੀ ਹੋਈ ਸੀਗੀ, ਗੁਰਮਤ ਦਾ ਪਤਾ ਲੱਗਿਆ, ਐਵੇਂ ਨਾਨਕ ਜੀ ਨੂੰ ਵੇਦ ਉਹਨਾਂ ਨੇ ਪੜ੍ਹੇ, ਨਾਲੇ ਕਬੀਰ ਜੀ ਦੀ ਬਾਣੀ ਪੜ੍ਹੀ, ਫਿਰ ਗੁਰਮਤ ਦਾ ਗਿਆਨ ਹਾਸਲ ਹੋਇਆ, ਸੂਝੀ ਆਈ। ਇਸ ਗੱਲ ਦਾ ਸਬੂਤ 970 ਪੇਜ 'ਤੇ ਅਗਲੇ ਪੇਜ 'ਤੇ ਹੀ ਉਹਨਾਂ ਨੇ ਲਿਖਤਾ, ਗੁਰੀ ਦੀਨੀ ਵਸਤੂ ਕਬੀਰ ਕੋ ਲੇਵੋ ਵਸਤ ਸਮਾਰ। ਵੀ ਗੁਰ ਨੇ ਉਹ ਗਿਆਨ, ਸੱਚ ਦਾ ਗਿਆਨ, ਅੰਮ੍ਰਿਤ ਕਬੀਰ ਨੂੰ ਦਿੱਤਾ ਅਤੇ ਕਬੀਰ ਨੇ ਸੰਭਾਲ ਲਿਆ। ਕਬੀਰ ਦੀਨੀ ਸੰਸਾਰ ਕੋ ਲੀਨੀ ਜਿਸ ਮਸਤਕੀ ਭਾਗ। ਕਬੀਰ ਨੇ ਹੁਣ ਲਿਖਤੀ ਰੂਪ ਦੇ ਵਿੱਚ, ਗੁਰਬਾਣੀ ਦੇ ਰੂਪ ਵਿੱਚ ਸੰਸਾਰ ਨੂੰ ਦੇਤੀ। ਹੁਣ ਉਹ ਲਊਗਾ ਜਿਹਦੇ ਮਸਤਕੀ ਭਾਗ, ਜਿਹੜਾ ਪਹਿਲਾਂ ਤੋਂ
ਮੱਥੇ ਤੇ ਭਾਗ ਉਹ ਹੁੰਦੇ ਆ ਜਿਹੜੇ ਆਪਾਂ ਅੱਜ ਪੜ੍ਹ ਰਹੇ ਹਾਂ। ਇਸ ਅੱਜ ਦੀਆਂ ਕੋਸ਼ਿਸ਼ਾਂ ਭਵਿੱਖ ਦੇ ਮੱਥੇ ਦੇ ਭਾਗ ਹੋ ਗਏ ਵੀ ਜੋ ਆਪਾਂ ਪਿੱਛੇ ਕੋਸ਼ਿਸ਼ ਕੀਤੀ ਆ, ਸਾਰੀ ਸਟਰਗਲ ਕੀਤੀ ਆ, ਖੋਜਿਆ, ਉਹ ਆਪਾਂ ਨੂੰ ਅੱਗੇ ਜਾ ਕੇ ਫਲ ਮਿਲਣਾ, ਉਹ ਮਸਤਕੀ ਭਾਗ ਹੁੰਦਾ। ਪਹਿਲਾਂ ਭਾਗ ਲਿਖ, ਅੱਜ ਆਪਾਂ ਭਾਗ ਲਿਖ ਰਹੇ ਹਾਂ ਫਿਊਚਰ ਦੇ, ਆਪਾਂ ਖੋਜ ਕਰ ਰਹੇ ਹਾਂ, ਸਟੱਡੀ ਕਰ ਰਹੇ ਹਾਂ ਗੁਰਬਾਣੀ ਦੀ। ਇਹ ਫਿਊਚਰ 'ਚ ਜਾ ਕੇ ਆਪਾਂ ਕੋਲ ਗਿਆਨ ਇਕੱਠਾ ਹੋਣਾ, ਇਹ ਭਾਗ ਮਸਤਕੀ ਭਾਗ ਲਿਖ ਰਹੇ ਹਾਂ ਆਪਾਂ। ਵੀ ਕਬੀਰ ਨੇ ਤਾਂ ਲਿਖਤੀ ਰੂਪ 'ਚ ਸੰਸਾਰ ਨੂੰ ਦੇਤੀ, ਹੁਣ ਲਊਗਾ ਉਹ ਜਿਹੜਾ ਮਸਤਕੀ ਭਾਗ ਲਿਖੂਗਾ। ਉਹ ਬਾਬੇ ਨਾਨਕ ਨੇ ਲਿਖੀ ਆ ਜਾਂ ਹੋਰ ਕੋਈ ਅਗਲੇ ਹੋਰ ਸਿੱਖਾਂ ਨੇ ਲਿਖੀ ਆ, ਹੋਰ ਗੁਰੂਆਂ ਨੇ ਲਿਖੀ ਆ, ਤਾਂ ਹੋਰ ਭਵਿੱਖ ਦੇ ਵਿੱਚ ਹੋਰ ਵੀ ਸਿੱਖ ਲਿਖ ਸਕਦਾ। ਇਸ ਤਰ੍ਹਾਂ ਇਹ ਲਿਖਤੀ ਰੂਪ ਦੇ ਵਿੱਚ ਗੁਰਬਾਣੀ ਦੇ ਵਿੱਚ ਪਈ ਹੈ ਇਹ ਲਾਈਨ।